हाँ जी बम्मा जी, ਅਸੀਂ ਪ੍ਰੈਸ ਕਾਨਫਰੰਸ ਕੀਤੀ, ਕਿਸ ਮਸਲੇ ਲੱਗੀ ਸੀ ਜੀ? ਦੇਖੋ ਪਿਛਲੇ ਲੰਮੇ ਸਮੇਂ ਤੋਂ ਜਿਹੜੀ ਭਾਜਪਾ ਹੈ ਤੇ ਆਮ ਆਦਮੀ ਪਾਰਟੀ ਦੇ ਲੋਕ ਹੈ ਜਾਂ ਕੁਝ ਹੋਰ ਲੋਕ ਇਹ ਪਿਛਲੇ ਸਮੇਂ ਤੋਂ ਕੂੜ ਪ੍ਰਚਾਰ ਕਰ ਰਹੇ ਨਗਰ ਕੌਂਸਲ ਨੰਗਲ ਦੇ ਖਿਲਾਫ। ਤੇ ਉਹਦੇ ਵਿੱਚ ਅਸੀਂ ਅੱਜ ਉਹਦੇ ਸਬੰਧ ਦੇ ਵਿੱਚ ਕੀਤੀ ਹੈ ਕਿ ਜਿਹੜੇ ਇੱਥੇ ਨੈਸ਼ਨਲ ਹਾਈਵੇ ਤੇ ਪੇਵਰ ਲਾਏ ਗਏ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੈ ਕਿ ਜਿਹੜੀ ਨਗਰ ਕੌਂਸਲ ਨੰਗਲ ਵੱਲੋਂ ਇਹ ਪੈਸੇ ਦੀ ਦੁਰਵਰਤੋਂ ਕੀਤੀ ਗਈ। ਅੱਜ ਅਸੀਂ ਉਹਦੇ ਖਿਲਾਫ ਜਾਂ ਉਹਨਾਂ ਦੇ ਵਿਚਾਰ ਜੋ ਦੱਸੇ ਆ ਉਹਨਾਂ ਨੂੰ ਆਪਣਾ ਪੱਖ ਰੱਖਣ ਲਈ ਕਾਂਗਰਸ ਪਾਰਟੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਹੈ। ਕਿਆ ਕੂੜ ਪਿਆ ਹੋ ਰਿਹਾ ਤਾਂ ਤੁਸੀਂ ਕਿਆ ਆਪਣਾ ਪੱਖ ਰੱਖ ਰਹੇ ਹੋ ਉਹਦੇ ਬਾਰੇ? ਇਹ ਪੱਖ ਤਾਂ ਅਸੀਂ ਤੁਹਾਡੇ ਸਾਹਮਣੇ ਰੱਖਿਆ ਹੈ ਕਿ ਸਾਨੂੰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਦਿੱਲੀ ਨੇ ਇੱਕ ਡਿਸਟ੍ਰਿਕਟ ਜਿਹੜੀ এনवायरमेंट ਕਮੇਟੀ ਬਣਾਈ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਜਿਹੜਾ এনवायरमेंट ਦਾ ਸਰਵੇ ਕਰਾਇਆ ਉਹਦੇ ਮੁਤਾਬਿਕ ਪੰਜਾਬ ਦੇ 9 ਸ਼ਹਿਰ ਇਸ ਤਰ੍ਹਾਂ ਦੇ ਸ਼ਹਿਰ ਹੈ ਜਿਨ੍ਹਾਂ ਦੇ ਵਿੱਚ ਪੋਲੂਸ਼ਨ ਸਭ ਤੋਂ ਵੱਧ ਹੈ, ਜਿਨ੍ਹਾਂ ਦੇ ਵਿੱਚੋਂ ਨੰਗਲ ਇੱਕ ਹੈ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਡਿਸਟ੍ਰਿਕਟ এনवायरमेंट ਕਮੇਟੀ ਬਣਾਈ ਹੈ ਜਿਹਨੇ ਸਾਨੂੰ ਹੁਕਮ ਕੀਤਾ ਬਈ 에ਅਰ ਪੋਲੂਸ਼ਨ ਹੈ ਜਿਹੜਾ ਉਹ 30% 에ਅਰ ਪੋਲੂਸ਼ਨ ਹੈ ਜਿਹੜਾ ਜੇ ਸਾਡੇ ਨੰਗਲ ਦੇ ਵਿੱਚ ਮੰਨ ਲਓ 100% ਪੋਲੂਸ਼ਨ ਹੈ ਤਾਂ ਉਹਦੇ ਵਿੱਚੋਂ 30% ਹਿੱਸਾ 에ਅਰ ਪੋਲੂਸ਼ਨ ਦਾ ਹੈ। ਉਸ ਦੇ ਵਿੱਚ ਸਾਨੂੰ ਕਿਹਾ ਗਿਆ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਕਿ ਜਿਹੜਾ ਰੋਡਸ ਹੈ ਜਿਹੜੇ ਵਿਦਨ ਦੀ ਲਿਮਿਟਸ ਆਫ ਮਿਊਨਿਸਪਲ ਕੌਂਸਲ ਨੰਗਲ ਦੇ ਵਿੱਚ ਹੈ ਉਹਨਾਂ ਦੇ ਜਿਹੜੇ ਬਰਮਸ ਹੈ ਆਲੇ ਦੁਆਲੇ ਦੇ ਜਿਹੜਾ ਉਹਨਾਂ ਦਾ ਕੱਚਾ ਹੈ ਉਹਨੂੰ ਪੱਕਾ ਕੀਤਾ ਜਾਵੇ ਤਾਂ ਜੋ ਧੂੜ ਘੱਟ ਉੱਡੇ। ਅਸੀਂ ਹਦਾਇਤਾਂ ਮਾਨਯੋਗ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਮੰਨਦੇ ਹੋਏ ਤੇ এনवायरमेंट ਕਮੇਟੀਆਂ ਦੇ ਮੰਨਦੇ ਹੋਏ ਉਹਨੂੰ ਲਾਗੂ ਕੀਤਾ। ਤੇ ਦੂਸਰਾ ਅਸੀਂ ਇਹ ਹੈ ਵੀ ਜੇ ਅਸੀਂ ਇਹ ਪੇਵਰ ਨਾ ਲਾਉਂਦੇ ਤਾਂ ਇੱਕ ਉਹਨਾਂ ਦੇ ਵਿੱਚ ਕਲੌਜ਼ ਸੀ ਕਿ ਜੇ ਤੁਸੀਂ ਇਹ ਪੇਵਰ ਨਹੀਂ ਲਾਉਂਗੇ ਤਾਂ ਤੁਹਾਡੇ ਤੇ ਪੈਨਲਟੀ ਲਗਾਈ ਜਾਏਗੀ। ਅਸੀਂ ਉਹ ਵੀ ਪੈਸੇ ਨੂੰ ਬਚਾਉਣ ਦੇ ਲਈ ਤੇ ਪੈਨਲਟੀ ਤੋਂ ਬਚਣ ਦੇ ਲਈ ਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਤੇ ਡਿਸਟ੍ਰਿਕਟ এনवायरमेंट ਕਮੇਟੀ ਦੀ ਜਿਹੜੀ ਹੈਗੀ ਆ ਸਾਨੂੰ ਹਦਾਇਤਾਂ ਆਈਆਂ ਅਸੀਂ ਉਹਨਾਂ ਨੂੰ ਲਾਗੂ ਕੀਤਾ। ਮੇਜਰ ਸੋਰਸਿਸ ਕਿਹੜੇ ਜਿਹੜੇ ਪੋਲੂਸ਼ਨ ਦੇ ਗ੍ਰੀਨ ਟ੍ਰਿਬਿਊਨਲ ਬੋਲੇ ਆ? ਦੇਖੋ ਮੇਜਰ ਸੋਰਸਿਸ ਇੱਕ ਤਾਂ 에ਅਰ ਪੋਲੂਸ਼ਨ ਹੈ, ਇੱਕ ਜਿਹੜਾ ਇਹਨਾਂ ਨੇ ਦੱਸਿਆ ਜਿਵੇਂ ਡਸਟ ਹੈ ਉੱਡ ਰਹੀ, ਇੱਕ ਸਾਨੂੰ ਦੱਸਿਆ ਜਿਵੇਂ ਕੰਸਟਰਕਸ਼ਨ ਵਰਕ ਚੱਲਦਾ ਵੀ ਕਿਤੇ ਆਪਾਂ ਕਿਸੇ ਦੀ ਡੈਮੋਲੀਸ਼ਨ ਕਿਸੇ ਢਾਣਾ ਹੈ ਜਾਂ ਕਿਸੇ ਕੰਸਟਰਕਸ਼ਨ ਵਰਕ ਕਰਨਾ ਹੈ। ਇਹਨਾਂ ਨੂੰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਮੇਜਰ ਸੋਰਸਿਸ ਮੰਨਿਆ। ਜਿਹਦੇ ਵਿੱਚ 7 ਦੱਸੇ ਗਏ ਹੈ, ਇਸ ਤੋਂ ਇਲਾਵਾ ਹੋਰ ਵੀ ਹੈ, ਇੰਡਸਟਰੀ ਦਾ ਵੀ ਹੈ, ਗਾਰਬੇਜ ਦਾ ਵੀ ਹੈ, ਉਹਦੇ ਬਾਰੇ ਕੀ ਕਰ ਰਹੀ ਹੈ? ਦੇਖੋ ਜਿਹੜਾ ਗਾਰਬੇਜ ਦਾ ਸਾਡਾ ਅਸੀਂ ਇਸ ਵਾਰ ਵੀ ਜਦੋਂ ਹੈ ਤਾਂ ਅਸੀਂ 2-3 ਮਹੀਨੇ ਹੋਏ ਕੌਂਸਲ ਦੇ ਵਿੱਚ ਆਇਆ ਨੂੰ ਅਸੀਂ 100 ਸਫਾਈ ਸੇਵਕ ਹੋਰ ਰੱਖਣ ਜਾ ਰਹੇ ਆ। ਕੁਦਰਤੀ ਸਟ੍ਰਾਈਕ ਚੱਲੀ ਹੋਈ ਸਾਰੇ ਆਲ ਓਵਰ ਪੰਜਾਬ, ਇਸ ਕਰਕੇ ਉਹ ਥੋੜਾ ਜਿਹਾ ਪਿੱਛੇ ਰਹਿ ਗਿਆ ਕੰਮ। ਅਸੀਂ 100 ਦੇ ਕਰੀਬ ਸਫਾਈ ਸੇਵਕ ਰੱਖਣ ਜਾ ਰਹੇ। ਅਸੀਂ ਇੱਕ ਛੋਟੇ ਜਿਵੇਂ ਪਿਕਅਪ ਹੁੰਦੀ ਹੈ ਉਹਨਾਂ ਨੂੰ ਜਿਹੜਾ ਵੇਸਟ ਮਟੀਰੀਅਲ ਹੈ ਉਹਨੂੰ ਕਲੈਕਟ ਕਰਨ ਲਈ ਉਹ ਸਾਡੇ ਕੋਲ ਅੱਜ ਕੱਲ੍ਹ ਦੇ ਵਿੱਚ ਆ ਚੁੱਕੇ। ਜਿਹੜੇ ਅਸੀਂ 3 ਵੀਲਰ ਟਾਈਪ ਹੈ ਉਹ 6 ਦੇ ਕਰੀਬ ਆ ਚੁੱਕੇ। ਉਸ ਤੋਂ ਇਲਾਵਾ ਸਾਡੇ ਕੋਲ ਆਪਣੀ ਕੌਂਸਲ ਦੀ ਜਿਹੜੀ ਸੈਨੀਟੇਸ਼ਨ ਮਸ਼ੀਨ ਹੈ ਜਿਹੜੀ ਸੀਵਰੇਜ ਦੀ ਮਸ਼ੀਨ ਹੈ ਅਸੀਂ ਉਹ ਲਿਆ ਚੁੱਕੇ। ਤੇ ਜਿੱਥੇ ਵੀ ਇਹ ਕੋਈ ਕੂੜਾ ਕਰਕਟ ਹੁੰਦਾ ਹੈ ਅਸੀਂ ਉਹਨੂੰ ਕੂੜਾ ਕਰਕਟ ਨੂੰ ਕਿ ਉਹਦਾ ਪੋਲੂਸ਼ਨ ਨਾ ਹੋਵੇ, ਕਿਤੇ ਜਿਵੇਂ ਰੇਹੜੀ ਰਾਹੀਂ ਉੱਪਰ ਲਈ ਰੱਖਿਆ ਹੁੰਦਾ ਕੋਈ ਬਦਬੂ ਵੀ ਆਉਂਦੀ ਜਾਂ ਉਹਦੇ ਨਾਲ ਜਿਹੜਾ ਆਪਾਂ ਇਹਨੂੰ ਕਹਿ ਲਿਆ ਜਾਵੇ ਕਿ ਕਿਤੇ ਗਿਰ ਜਾਂਦਾ ਗੰਦ, ਉਹ ਅਸੀਂ ਕਰਨ ਲਈ ਆਪਾਂ 6 3 ਵੀਲਰ ਖਰੀਦ ਚੁੱਕੇ ਵੀ ਜਿਨ੍ਹਾਂ ਨੂੰ ਅਸੀਂ ਜਿੱਥੋਂ ਕਲੈਕਸ਼ਨ ਹੈ ਉੱਥੋਂ ਕੀਤੀ ਜਾ ਸਕੇ ਤਾਂ ਜੋ ਨੰਗਲ ਸ਼ਹਿਰ ਦੇ ਵਿੱਚ ਗੰਦਗੀ ਨਾ ਫੈਲ ਸਕੇ। ਰੋਡ ਤਾਂ ਬਣ ਰਿਹਾ ਜੀ, ਨਵਾਂ ਰੋਡ ਬਣ ਰਿਹਾ ਹੈ, ਓਵਰਬ੍ਰਿਜ ਬਣ ਰਿਹਾ ਹੈ, ਇਹ ਰੋਡ ਤਾਂ ਯੂਜ਼ ਹੀ ਨਹੀਂ ਹੋਏਗਾ। ਇੱਥੇ ਦੇਖੋ ਇਹ ਤੁਸੀਂ ਕਹਿੰਦੇ ਯੂਜ਼ ਨਹੀਂ ਹੋਏਗਾ, ਇਹ ਰੋਡ ਨੇ ਸੰਤੋਖਗੜ੍ਹ ਨੂੰ ਵੀ ਜਾਣਾ ਹੈ ਜੀ। ਇਸ ਰੋਡ ਨੇ ਥੱਲੋਂ ਜਿਹੜੀ ਲੋਕਲ ਪਬਲਿਕ ਹੈ ਉਹਨਾਂ ਨੇ ਲੰਘਣਾ ਹੈ। ਹਾਂ ਠੀਕ ਹੈ, ਇਹ ਜਿਹੜੀ ਵੱਡੀ ਟ੍ਰੈਫਿਕ ਹੈ ਜਿਹੜੀ ਆਪਾਂ ਕਹਿ ਲਈਏ ਵੀ ਇੰਟਰਸਟੇਟ ਟ੍ਰੈਫਿਕ ਹੈ ਉਹ ਨਹੀਂ ਯੂਜ਼ ਹੋਣੀ। ਸਾਡੇ ਆਮ ਲੋਕਾਂ ਲਈ ਇਹ ਪੁਲ ਨੇ ਵੀ ਯੂਜ਼ ਹੋਣਾ ਹੈ, ਆ ਜਿਹੜਾ ਨੰਗਲ ਡੈਮ ਵਾਲਾ ਜਿਹੜਾ BBMP ਦਾ ਬਣਾਇਆ ਹੋਇਆ ਤੇ ਇਹ ਰੋਡ ਨੇ ਵੀ ਯੂਜ਼ ਹੋਣਾ। ਪੋਲੂਸ਼ਨ ਵਾਸਤੇ ਕੌਣ ਜ਼ਿੰਮੇਵਾਰ ਹੈ ਜੀ? ਇੰਨਾ ਪੋਲੂਸ਼ਨ ਦੇਖੋ ਪੋਲੂਸ਼ਨ ਲਈ ਅਸੀਂ ਸਾਰੇ ਲੋਕ ਜ਼ਿੰਮੇਵਾਰ ਹੈ। ਜਦ ਤੱਕ ਅਸੀਂ ਆਪਣੇ ਆਪ ਨੂੰ ਨਹੀਂ ਸਾਂਭਦੇ ਉਦੋਂ ਤੱਕ ਪੋਲੂਸ਼ਨ ਨਹੀਂ ਠੀਕ ਹੋ ਸਕਦਾ। ਇੰਡਸਟਰੀ ਵੀ ਪੋਲੂਸ਼ਨ ਦੇ ਵਿੱਚ ਆਉਂਦੀ ਤੇ ਜਿਵੇਂ ਤੁਹਾਨੂੰ ਮੈਂ ਕਹਿ ਰਿਹਾ ਵੀ ਕੰਸਟਰਕਸ਼ਨ ਵਰਕ ਦਾ ਵੀ ਹੈ, ਡਸਟ ਦਾ ਵੀ ਹੈ ਤੇ ਗਾਰਬੇਜ ਦਾ ਵੀ ਹੈ, ਕਈ ਕਿਸਮ ਦੇ ਪੋਲੂਸ਼ਨ ਹੈ। ਪਰ ਸਾਡੇ ਨਗਰ ਕੌਂਸਲ ਵੱਲੋਂ ਇੱਕ ਕਰਕੇ ਸਾਰੇ ਹੀ ਜੋ ਪੋਲੂਸ਼ਨ ਦੇ ਜੋ ਇਨਗਰੀਡੀਐਂਟਸ ਹੈ ਜਾਂ ਪੋਲੂਸ਼ਨ ਦਾ ਜਿਹੜਾ ਕਾਰਨ ਬਣ ਰਹੇ ਉਹਨਾਂ ਦਾ ਅਸੀਂ ਹੱਲ ਕਰਾਂਗੇ। ਤੁਸੀਂ ਗੱਲ ਸ਼ਹਿਰ ਵਾਸੀਆਂ ਦਾ ਪੈਸਾ ਜਿਹੜਾ ਕੌਂਸਲ ਲਗਾ ਰਹੀ ਹੈ ਉਹਨਾਂ ਨੂੰ ਕਿਉਂ ਪੈਨਲਟੀ ਲੱਗ ਰਹੀ ਹੈ? ਕਿਉਂਕਿ ਸ਼ਹਿਰ ਦਾ ਪੈਸਾ ਹੈ, ਜਦਕਿ 15,903 ਗੱਡੀਆਂ ਹੈਵੀ ਵਹੀਕਲ ਚੱਲਦੇ ਹੈ, ਮਾਈਨਿੰਗ ਹੁੰਦੀ ਹੈ ਜੀ, ਇਸ ਤੋਂ ਇਲਾਵਾ ਇੰਡਸਟਰੀ ਲੱਗੀਆਂ ਹੋਈਆਂ ਹੈ, ਉਹਨਾਂ ਨੂੰ ਕਿਉਂ ਨਹੀਂ ਪੈਨਲਟੀ ਲੱਗੀ ਹੈ? ਕੌਂਸਲ ਹੀ ਕਿਉਂ ਪੈਨਲਟੀ ਦੇਗਾ? ਦੇਖੋ ਇੰਡਸਟਰੀ ਡਿਪਾਰਟਮੈਂਟ ਅਲੱਗ ਹੈ, ਜਿਵੇਂ NFL ਸੈਂਟਰ ਦੇ ਅੰਡਰ ਆਉਂਦੀ। ਇਹ এনवायरमेंट ਕਲੀਅਰੈਂਸ ਲੱਗ ਲੈਂਦੇ, ਇਹਨਾਂ ਨੂੰ ਅਲੱਗ ਪੋਲੂਸ਼ਨ ਸਰਟੀਫਿਕੇਟ ਦਿੱਤੇ ਜਾਂਦੇ, ਇਹਨਾਂ ਦਾ ਆਪਣਾ ਕੰਮ ਹੈ। ਪਰ ਇੰਡਸਟਰੀ ਮੈਂਸ਼ਨ ਕੀਤੀ 2 ਇੰਡਸਟਰੀਆਂ PACL NFL ਹੈ। NFL ਹੈ, ਇਸ ਤੋਂ ਇਲਾਵਾ ਹੋਰ ਇੰਡਸਟਰੀ ਨਹੀਂ ਹੈ ਕੋਈ ਸਾਡੇ ਸ਼ਹਿਰ 'ਚ। ਇਹਨਾਂ ਨੂੰ ਕਿਉਂ ਨਹੀਂ ਪੈਨਲਟੀ ਲੱਗੀ? ਕੌਂਸਲ ਨੂੰ ਹੀ ਨਹੀਂ ਦੇਖੋ ਇਹਨਾਂ ਨੂੰ ਕੌਂਸਲ ਨੂੰ ਪੈਨਲਟੀ ਨਹੀਂ ਲੱਗੀ, ਤੁਸੀਂ ਪੈਨਲਟੀ ਕਹਿ ਸਕਦੇ ਹੋ ਕਿਉਂਕਿ ਜਦੋਂ ਆਰਡਰ ਦਿੱਤੇ ਨਹੀਂ ਪੈਨਲਟੀ ਦੇ ਆਰਡਰ ਨਹੀਂ ਦਿੱਤੇ। ਉਹਨਾਂ ਨੇ ਆਰਡਰ ਇਹ ਦਿੱਤੇ ਕਿ ਜੇ ਤੁਸੀਂ ਇਹ ਕੰਮ ਨਾ ਕੀਤਾ ਜੇ ਤੁਸੀਂ ਬਰਮ ਨੂੰ ਨਾ ਪੱਕਿਆਂ ਕੀਤਾ ਜਿਹੜੇ ਵਿਦਨ ਦੀ ਲਿਮਿਟਸ ਆਫ ਮਿਊਨਿਸਪਲ ਕੌਂਸਲ ਨੰਗਲ, ਇਹ ਨਹੀਂ ਕਿ ਅਸੀਂ ਬਾਹਰ ਕਰੀਏ ਜਾ ਕੇ,
ਤਾਂ ਤੁਹਾਨੂੰ ਪੈਨਲਟੀ ਵੀ ਲਗਾਈ ਜਾ ਸਕਦੀ। ਇੱਕ ਕੰਡੀਸ਼ਨ ਹੈ, ਇੱਕ ਸ਼ਰਤ ਹੈ, ਇੱਕ ਰੂਲ ਹੈ ਉਹਨਾਂ ਦਾ ਵੀ ਅਸੀਂ ਤੁਹਾਨੂੰ ਪੈਨਲਟੀ ਲਾ ਸਕਦੇ। ਕੌਂਸਲ ਹੀ ਕਿਉਂ ਚੁਣੀ, ਇੰਡਸਟਰੀ ਨੂੰ ਕਿਉਂ ਨਹੀਂ ਬੋਲਿਆ ਗਿਆ, ਦੇਖੋ, ਮਾਈਨਿੰਗ ਡਿਪਾਰਟਮੈਂਟ ਨੂੰ ਕਿਉਂ ਬੋਲਿਆ? ਉਹਨਾਂ ਤੇ ਅਲੱਗ ਪੋਲੂਸ਼ਨ ਸਰਟੀਫਿਕੇਟ ਦਿੱਤੇ ਜਾਂਦੇ, ਉਹਨਾਂ ਨੂੰ ਅਲੱਗ ISO ਨੰਬਰ ਦਿੱਤਾ ਜਾਂਦਾ, ਉਹ ਅਲੱਗ ਡਿਪਾਰਟਮੈਂਟ ਹੈ। ਮਿਊਨਿਸਪਲ ਕੌਂਸਲ ਹੈ ਜਿਹੜੀ, ਅਸੀਂ ਇੰਡਸਟਰੀ ਤੇ ਕਿਤੇ ਨਹੀਂ ਲਾ ਸਕਦੇ, ਅਸੀਂ ਇੰਡਸਟਰੀ ਨੂੰ ਨੋਟਿਸ ਭੇਜ ਸਕਦੇ। ਉਹਨਾਂ ਲਈ ਪੋਲੂਸ਼ਨ ਬੋਰਡ ਹੈ, ਉਹਨਾਂ ਦੇ ਲਈ ਜਿਵੇਂ ਤੁਸੀਂ ਇੱਥੇ NFL 'ਚ ਵੀ ਦੇਖਿਆ ਹੋਣਾ ISO ਸਰਟੀਫਿਕੇਟ ਲੈਣੇ, ਉਹਨਾਂ ਦੀਆਂ ਹੋਰ ਜਿਹੜੀਆਂ ਆਪਾਂ ਉਹਨਾਂ ਦੀਆਂ ਸ਼ਰਤਾਂ ਹੁੰਦੀਆਂ। ਸਾਨੂੰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਕਿਹਾ ਕਿਉਂਕਿ ਸ਼ਹਿਰ ਦੇ ਵਿੱਚ ਸੜਕਾਂ ਨੂੰ ਬਣਾਉਣਾ, ਗਲੀਆਂ ਨੂੰ ਬਣਾਉਣਾ, ਸਫਾਈ ਦੇਣੀ, ਫਾਇਰ ਦਾ ਦੇਣਾ, ਉਹ ਅਸੀਂ ਸਾਰੇ ਦੇ। ਤੁਸੀਂ ਡਬਲ ਕਰ ਰਹੇ ਆਪਣੇ ਆਪ ਨੂੰ। ਤੁਸੀਂ ਇੱਕ ਪਾਸੇ ਕਹਿੰਦੇ ਹੋ ਕਿ ਸਾਨੂੰ NGT ਨੇ ਕੁਝ ਨਹੀਂ ਕਿਹਾ, ਦੂਏ ਪਾਸੇ ਤੁਸੀਂ ਕਹਿੰਦੇ ਹੋ ਕਿ ਸਾਨੂੰ NGT ਨੇ ਮੇਰੇ ਪੱਤਰਕਾਰ ਸਾਹਿਬ, NGT ਨੇ ਕੁਝ ਨਹੀਂ ਕਿਹਾ। ਸਾਡੇ ਚੀਫ ਸੈਕਟਰੀ ਸਾਹਿਬ ਨੂੰ ਕਿਹਾ। ਜਿਹੜੇ ਸਾਡੇ 9 ਸ਼ਹਿਰ ਹੈ, ਮੈਂ ਰਿਪੀਟ ਕਰ ਰਿਹਾ, ਉਹਨਾਂ ਦੇ ਵਿੱਚ ਵਨ ਆਫ ਦੈਮ ਨੰਗਲ ਹੈ, ਜਿਹਦੇ ਵਿੱਚ 에ਅਰ ਪੋਲੂਸ਼ਨ ਸਭ ਤੋਂ ਵੱਧ ਹੈ। ਜਿਹੜੇ ਤੁਸੀਂ ਦੂਜੇ ਪੋਲੂਸ਼ਨ ਦੀ ਗੱਲ ਕਰਦੇ, ਸ਼ਾਇਦ ਸਾਡੇ ਸ਼ਹਿਰਾਂ ਨਾਲੋਂ ਦੂਜਿਆਂ 'ਚ ਵੱਧ ਹੈ, ਸਾਡੇ ਸ਼ਹਿਰ 'ਚ 에ਅਰ ਪੋਲੂਸ਼ਨ ਵੱਧ ਹੈ। NGT ਨੇ ਕੋਈ ਟਾਈਮ ਬਾਉਂਡ ਸੀਮਾ ਰੱਖੀ ਹੈ ਤੁਹਾਨੂੰ ਜਿਹੜਾ ਆਰਡਰ ਕੀਤਾ? NGT ਨੇ ਟਾਈਮ ਬਾਉਂਡ ਨਹੀਂ ਰੱਖੀ। NGT ਨੇ ਡਿਸਟ੍ਰਿਕਟ এনवायरमेंट ਕਮੇਟੀ ਬਣਾਈ, ਜਿਨ੍ਹਾਂ ਨੂੰ ਡਿਪਟੀ ਕਮਿਸ਼ਨਰ ਹੈੱਡ ਹੈ। ਉਹਨਾਂ ਨੇ ਸਾਨੂੰ ਵਾਚ ਡੌਗ ਦੇ ਤੌਰ ਤੇ ਆ, ਉਹਨਾਂ ਨੇ ਸਾਨੂੰ ਵਾਚ ਕਰਨਾ ਵੀ ਅਸੀਂ ਚੰਗਾ ਕੰਮ ਕਰ ਰਹੇ ਜਾਂ ਨਹੀਂ ਕਰ ਰਹੇ। ਜੇ ਅਸੀਂ ਇਹ ਕੰਮ ਨਹੀਂ ਕਰਾਂਗੇ ਫਿਰ ਪੈਨਲਟੀ ਲੱਗੇਗੀ ਸਾਨੂੰ। ਇਹ ਨਹੀਂ ਕਿ ਉਹਨੇ ਸਾਨੂੰ ਪੈਨਲਟੀ ਲਾਤੀ, ਉਹ ਤਾਂ ਉਹਦੇ ਰੂਲਸ ਐਂਡ ਰੈਗੂਲੇਸ਼ਨ ਦੇ ਵਿੱਚ ਹੈ, ਉਹਦੀਆਂ ਸ਼ਰਤਾਂ ਦੇ ਵਿੱਚ ਹੈ ਵੀ ਜੇ ਤੁਸੀਂ ਇਹ ਕੰਮ ਨਾ ਕੀਤਾ ਤਾਂ ਤੁਹਾਨੂੰ ਪੈਨਲਟੀ ਦਿੱਤੀ ਜਾਊਗੀ। ਜਿਹੜਾ ਪੋਲੂਸ਼ਨ ਅੱਜ ਹੋ ਰਿਹਾ, ਤੁਸੀਂ ਆਪ ਗੱਲ ਕਰਦੇ ਹੋ ਕਿ ਫਲਾਈਓਵਰ ਦਾ ਕੰਮ ਚੱਲ ਰਿਹਾ। ਨਹੀਂ, ਫਲਾਈਓਵਰ ਇਕੱਲੇ ਕਰਕੇ ਨਹੀਂ ਹੋ ਰਿਹਾ, ਇਹ ਤਾਂ ਡੈਮੋਲੀਸ਼ਨ ਮੈਪ ਦਾ ਇੱਕ ਹਿੱਸਾ ਹੈ। ਮੇਰੀ ਗੱਲ ਸੁਣੋ ਪੂਰੀ। ਫਲਾਈਓਵਰ ਦਾ ਕੰਮ ਚੱਲ ਰਿਹਾ, ਕਿਆ ਆਪਾਂ ਉਸ ਚੀਜ਼ ਨੂੰ ਵੇਟ ਕਰਕੇ ਇਹ ਪੂਰਾ ਨਹੀਂ ਕਰ ਸਕਦੇ ਸੀ ਕਿ ਸਾਰਾ ਪੋਲੂਸ਼ਨ ਇੱਕ ਪਾਸੇ ਤੋਂ ਰੁਕ ਜਾਂਦਾ ਇਕੱਠਾ? ਇੱਕ ਗੱਲ ਸੁਣੋ ਜੀ, ਸਾਨੂੰ ਡਾਇਰੈਕਸ਼ਨ ਆਈਆਂ 에ਅਰ ਪੋਲੂਸ਼ਨ ਦੀਆਂ, ਸਾਨੂੰ ਕੰਸਟਰਕਸ਼ਨ ਦੀ ਤਾਂ ਆਈਆਂ ਨਹੀਂ। ਮੈਂ ਤਾਂ ਤੁਹਾਨੂੰ ਦੱਸਿਆ ਕਿ ਇਹ ਪੋਲੂਸ਼ਨ ਨੂੰ ਜੇ ਕਿਸੇ ਮਾਪਦੰਡ ਹੈ ਜਿਹੜੇ ਪੋਲੂਸ਼ਨ ਨੂੰ ਮਾਪਣ ਦੇ ਆ, ਉਹਦੇ ਵਿੱਚ ਇਕੱਲਾ 에ਅਰ ਪੋਲੂਸ਼ਨ ਨਹੀਂ ਹੈ, ਉਹਦੇ ਵਿੱਚ ਕੰਸਟਰਕਸ਼ਨ ਵਰਕ ਵੀ ਹੈ, ਉਹਦੇ ਵਿੱਚ ਡਿਮੋਲੀਸ਼ਨ ਦਾ ਵੀ ਵਰਕ ਹੈ, ਉਹਦੇ ਵਿੱਚ ਇੰਡਸਟਰੀ ਵੀ ਹੈ, ਉਹਦੇ ਵਿੱਚ ਮਾਈਨਿੰਗ ਵੀ ਹੈ, ਉਹਦੇ 'ਚ ਹੋਰ ਵੀ ਹੈ। ਜੇ ਸਾਨੂੰ ਇੱਕ ਗੱਲ ਸੁਣੋ, ਤੁਸੀਂ ਹਰ ਇੱਕ ਚੀਜ਼ ਨੂੰ ਦੂਜੇ ਪਾਸੇ ਨੂੰ ਨਾ ਲੈ ਕੇ ਜਾਓ ਨੈਗੇਟਿਵ ਨੂੰ। ਜੇ ਤਾਂ ਕੋਈ ਹਦਾਇਤ ਆਉਂਦੀ, ਜੇ ਅਸੀਂ ਉਹਨੂੰ ਮੰਨਦੇ ਆ ਤਾਂ ਵੀ ਤੁਸੀਂ ਕਹਿਣਾ ਵੀ ਇਹ ਮੰਨਦੇ ਕਿਉਂ ਪਏ। ਜੇ ਅਸੀਂ ਇਸ ਹਦਾਇਤ ਨੂੰ ਨਾ ਮੰਨੀਏ ਫਿਰ ਤੁਸੀਂ ਕਹਿਣਾ ਮੰਨਦੇ ਕਿਉਂ ਨਹੀਂ ਹੈ। 에ਅਰ ਪੋਲੂਸ਼ਨ ਨੂੰ ਮਾਪਣ ਦਾ ਮਾਪਦੰਡ ਕੀ ਹੈ? ਕਿੱਥੋਂ ਮਾਪਦੇ ਤੁਸੀਂ, ਕਿੱਥੇ ਚੈੱਕ ਕਰਦੇ? ਇਹ ਅਸੀਂ ਨਹੀਂ ਮਾਪਣਾ, ਇਹ ਉਹਨਾਂ ਦੀ এনवायरमेंट ਕਮੇਟੀ ਹੈ। ਇਹ ਡਿਸਟ੍ਰਿਕਟ ਲੈਵਲ ਤੇ, ਇਹ ਸਟੇਟ ਲੈਵਲ ਤੇ, ਇਹ ਨੈਸ਼ਨਲ ਲੈਵਲ ਤੇ ਇਹਨਾਂ ਦੇ ਪੋਲੂਸ਼ਨ ਕੰਟਰੋਲ ਬੋਰਡ ਹੈ। ਜਿਵੇਂ ਸਾਡਾ ਪੋਲੂਸ਼ਨ ਕੰਟਰੋਲ ਬੋਰਡ ਲੱਗ ਗਿਆ, ਪੰਜਾਬ ਸਟੇਟ ਜਿਹੜਾ PPCB ਕਹਿੰਦੇ ਇਹਨੂੰ, ਨੈਸ਼ਨਲ ਜਿਹੜਾ ਪੋਲੂਸ਼ਨ ਕੰਟਰੋਲ ਬੋਰਡ ਲੱਗ ਗਿਆ, ਇਹਨਾਂ ਦੇ ਆਪਣੇ ਪੈਮਾਨੇ। ਇਹ ਮਾਪਣ ਦਾ ਕੰਮ ਸਾਡਾ ਨਹੀਂ ਹੈ। ਜਿਹੜਾ ਮਾਪਣ ਦੀ ਜਿਹੜਾ ਲੱਗਿਆ ਸਿਸਟਮ ਲੱਗਿਆ ਵਾ NFL ਦੇ ਵਿੱਚ ਲੱਗਿਆ ਵਾ। ਦੇਖੋ, ਉਹ NFL ਦਾ ਨਿੱਜੀ ਲੱਗਿਆ ਹੋਇਆ, ਉਹ ਸਾਰੇ ਸ਼ਹਿਰ ਦਾ ਨਹੀਂ ਹੈ। ਉਹਨਾਂ ਨੂੰ ISO ਮੈਂ ਉਹੀ ਗੱਲ ਕਰ ਰਿਹਾ ਕਿ ਹੁਣ ਆਪਣੇ ਸ਼ਹਿਰ ਦਾ ਤੁਸੀਂ ਕੌਂਸਲ ਨੇ 2 ਕਰੋੜ ਰੁਪਇਆ ਇਹਦੇ ਪਰ ਲਾਤਾ, ਕਿਆ ਉਸ ਚੀਜ਼ ਨੂੰ ਜਾਂਚਣ ਵਾਸਤੇ ਆਪਣੀ ਦੇਖੋ, ਇੱਕ ਤੁਸੀਂ ਮੇਰੀ ਗੱਲ ਸੁਣੋ, ਆ ਮੇਰੀ ਇਹ ਲਾ ਦਿਓ ਜ਼ਰੂਰ। ਤੁਹਾਨੂੰ ਆਹ 2 ਕਰੋੜ ਦੇਖਣ ਲੱਗ ਗਿਆ, ਤੁਹਾਨੂੰ ਇਹ ਨਹੀਂ ਦੇਖਿਆ ਕਿ ਸ਼ਿਵਾਲਿਕ ਕਾਲਜ ਫਾਰਮੇਸੀ ਕੌਂਸਲ ਨੇ ਬਣਾਇਆ, ਤੁਹਾਨੂੰ ਇਹ ਨਹੀਂ ਦੇਖਿਆ ਵੀ ਜਿਹੜਾ ਸਰਕਾਰੀ ਕਾਲਜ ਕੌਂਸਲ ਨੇ ਬਣਾਇਆ, ਤੁਹਾਨੂੰ ਇਹ ਨਹੀਂ ਦੇਖਿਆ ਫਾਇਰ ਸਟੇਸ਼ਨ ਕੌਂਸਲ ਨੇ ਬਣਾਤਾ, ਤੁਹਾਨੂੰ ਇਹ ਨਹੀਂ ਦੇਖਿਆ ਹਸਪੀਟਲ ਕਿਸੇ ਪਰ ਕਿੰਤੂ ਪਰੰਤੂ ਨਹੀਂ ਹੋਈ, ਜਿਹਦੇ ਪਰ ਕਿੰਤੂ ਪਰੰਤੂ ਵਾਲੀ ਗੱਲ ਨਹੀਂ ਹੋ ਰਹੀ। ਦੇਖੋ, ਕਿੰਤੂ ਪਰੰਤੂ ਵਾਲੀ ਗੱਲ ਨਹੀਂ ਹੈ। ਜਿੱਥੇ ਤੁਹਾਨੂੰ ਜਿਹੜੀ ਚੀਜ਼ ਚੰਗੀ ਹੈ ਉਹ ਨਹੀਂ ਦਿਖ ਰਹੀ, ਜਿਹੜੀ ਅਸੀਂ ਜੇ ਸਾਨੂੰ ਹੁਕਮ ਆਨੇ, ਅਸੀਂ ਹੁਕਮਾਂ ਦੀ ਬੇਦੁਲੀ ਕਿੱਦਾਂ ਕਰ ਸਕਦੇ? ਤੁਸੀਂ ਸਾਨੂੰ ਦੱਸੋ। ਤੁਸੀਂ ਆਪਣੀ ਗੱਲ ਨੂੰ ਕਾਉਂਟਰ ਕਰ ਰਹੇ ਕਿ ਜਿਹੜੀ ਚੀਜ਼ ਚੰਗੀ ਹੈ ਉਹਨੂੰ ਤੁਸੀਂ ਨਹੀਂ ਬੋਲ ਰਹੇ। ਅੱਜ ਅਸੀਂ ਮਤਲਬ ਇਸ ਚੀਜ਼ ਨੂੰ ਬੋਲ ਰਹੇ, ਮਤਲਬ ਤੁਹਾਨੂੰ ਲੱਗਦਾ ਕਿ ਇਹ ਚੀਜ਼ ਚੰਗੀ ਨਹੀਂ ਹੈ ਜਿਹੜੀ ਆਪਾਂ ਗੱਲ ਚੱਕ ਰਹੇ ਹਾਂ। ਮੈਂ ਤੁਹਾਨੂੰ ਇਹ ਕਹਿ ਰਿਹਾ ਵੀ ਜਦੋਂ ਤੁਸੀਂ ਇਹ ਤਾਂ ਚੱਕ ਲਈ ਗੱਲ 2 ਕਰੋੜ ਦੀ, ਪਰ ਇਹ ਨਹੀਂ ਚੱਕਰੀ ਵੀ 9 ਕਰੋੜ ਹਸਪਤਾਲ ਤੇ ਲਾਇਆ। ਇਹ ਨਹੀਂ ਚੱਕੀ ਸ਼ਿਵਾਲਿਕ ਕਾਲਜ ਦਾ ਫਾਰਮੇਸੀ ਕਾਲਜ, ਜਿੱਥੇ ਸਾਡੇ ਬੱਚੇ ਅੱਜ ਤੋਂ ਬਾਅਦ ਲੁਧਿਆਣੇ ਜਾਂਦੇ ਸੀ, ਕਿਤੇ ਚੰਡੀਗੜ੍ਹ ਜਾਂਦੇ ਸੀ, ਕਿਤੇ ਅਮਰਾਵਤੀ ਜਾਂਦੇ ਸੀ, ਕਿਤੇ ਮੱਧ ਪ੍ਰਦੇਸ਼ ਜਾਂਦੇ ਸੀ, ਉਹਨਾਂ ਨੂੰ ਘਰ 'ਚ ਬੈਠਿਆਂ ਨੂੰ M ਫਾਰਮੇਸੀ B ਫਾਰਮੇਸੀ ਮਿਲਦੀ। ਕਿਤੇ ਇਹ ਨਹੀਂ ਦੇਖਿਆ ਤੁਹਾਨੂੰ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਕਾਲਜ ਸੀ ਬਣਾਤਾ, ਕਿਤੇ ਤੁਹਾਨੂੰ ਇਹ ਨਹੀਂ ਦੇਖਿਆ ਕਿ ਅਸੀਂ ਸਕੂਲ ਬਣਾਤੇ, ਕਿਤੇ ਇਹ ਨਹੀਂ ਦੇਖਿਆ ਕਿ ਅਸੀਂ ਫਾਇਰ ਸਟੇਸ਼ਨ ਬਣਾਤੇ। ਗੱਲ ਇਹ ਹੈ, ਅਸੀਂ ਉਹ ਵੀ ਕੰਮ ਕੀਤੇ ਤੇ ਅਸੀਂ ਆ ਵੀ ਕਰ ਰਹੇ ਹਾਂ, ਸਾਰੇ ਕੰਮ ਕਰ ਰਹੇ ਨਾ ਜੀ। ਤੁਸੀਂ ਇੱਕ ਕੰਮ ਨੂੰ ਨਾ ਲਓ, ਲੋਕਾਂ 'ਚ ਜਾਗਰ ਕਰੋ। ਜੇ ਸਾਨੂੰ ਕਿਸੇ ਦੀ ਹਾਈ ਕੋਰਟ ਦੀ ਆਨਰੇਬਲ ਦੀ ਹਦਾਇਤ ਆਉਂਦੀ, ਸਾਨੂੰ ਸੁਪਰੀਮ ਕੋਰਟ ਦੀ ਹਦਾਇਤ ਆਉਂਦੀ, ਜਾਂ ਸਾਨੂੰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਹਦਾਇਤ ਆਉਂਦੀ, ਸਾਡੀ ਕੀ ਔਕਾਤ ਹੈ ਅਸੀਂ ਨਾ ਮੰਨੀਏ? ਸਾਨੂੰ ਤਾਂ ਮੰਨਣਾ ਹੀ ਪੈਣਾ। ਇਹ ਨਹੀਂ ਕਿ ਤੁਹਾਡੇ ਚੈਨਲ ਵੱਲੋਂ ਕੋਈ ਤੁਹਾਡੇ MD ਦੀ ਹਦਾਇਤ ਆ ਜਾਵੇ ਵੀ ਆਹ ਖਬਰ ਕਰਨ ਜਾਓ, ਤੁਸੀਂ ਉਹਨੂੰ ਕਹਿ ਦੋਗੇ ਵੀ ਨਹੀਂ ਕਰਨੀ। ਇਹ ਨਾ ਕਰੋ। ਸ਼ਹਿਰ ਦੇ ਅਸੀਂ ਹਿੱਤ ਲਈ ਕਰ ਰਹੇ, ਜਿਹੜੀਆਂ ਸ਼ਰਤਾਂ ਸਾਨੂੰ NGT ਕਹਿ ਰਿਹਾ, ਸਾਡਾ ਮੰਨਣਾ ਸਾਡਾ ਪਾਬੰਦ ਹੈ, ਸਾਡੀ ਮਜਬੂਰੀ ਵੀ ਹੈ ਤੇ ਸਾਡੀ ਡਿਊਟੀ ਵੀ ਹੈ। NGT ਨੇ ਬੋਲਿਆ ਪੇਵਰ ਲਗਾਉਣ ਵਾਸਤੇ, ਇਸ ਤੋਂ ਇਲਾਵਾ ਪੇਵਰ ਲਗਾਉਣ ਵਾਸਤੇ ਨਹੀਂ ਬੋਲਿਆ, ਉਹਨੇ ਬਰਨ ਪੱਕੇ ਕਰਨ ਬਾਰੇ ਬੋਲਿਆ। ਉਹਦੇ 'ਚ ਪੇਵਰ ਵੀ ਲਾਏ ਜਾ ਸਕਦੇ ਸੀ, ਉਹਦੇ 'ਚ RCC ਸਲੈਬ ਵੀ ਪਾਈ ਜਾ ਸਕਦੀ ਸੀ। RCC ਸਲੈਬ ਇਸ ਲਈ ਨਹੀਂ ਪਾਈ ਜਾ ਰਹੀ ਕਿਉਂਕਿ ਪੰਜਾਬ ਸਰਕਾਰ ਵੱਲੋਂ ਵੀ ਨੈਸ਼ਨਲ ਲੈਵਲ ਤੇ ਵੀ ਪੇਵਰ ਇੰਟਰਲੋਕਿੰਗ ਟਾਈਲਸ ਤਾਂ ਲਾਈਆਂ ਜਾ ਰਹੀਆਂ ਕਿਉਂਕਿ ਇਹਨਾਂ ਦੇ ਵਿੱਚੋਂ ਪਾਣੀ ਰਿਸ ਜਾਂਦਾ। ਜੇ RCC ਸਲੈਬ ਲਾਈ ਜਾਵੇ ਉਹਦੇ 'ਚ ਪਾਣੀ ਰਿਸਦਾ ਨਹੀਂ, ਕਿਉਂਕਿ ਉਹਦੇ 'ਚ ਵੀ ਅੰਡਰਗਰਾਊਂਡ ਵਾਟਰ ਲੈਵਲ ਦਾ ਧਿਆਨ ਰੱਖਣਾ ਪੈਂਦਾ, ਇਸ ਲਈ ਪੇਵਰ ਲਾਏ। ਇਸ ਤੋਂ ਇਲਾਵਾ ਜਿਹੜੇ ਹੋਰ ਹੈ, ਜਿਹਦਾ ਰੋਡ ਡਸਟ ਹੋ ਗਈ, ਜੇ ਵਹੀਕਲਾਂ ਦਾ ਹੋ ਗਿਆ, ਉਹਦਾ ਦੇਖੋ ਹੱਲ ਕਰ ਰਹੇ। ਤੁਸੀਂ ਮੇਰੀ ਇੱਕ ਗੱਲ ਸੁਣੋ, ਗਾਰਬੇਜ ਦਾ ਇਹਦੇ ਵਿੱਚ ਲਿਖਿਆ ਹੋਇਆ ਗੰਦਗੀ ਦਾ, ਅਸੀਂ ਤੁਹਾਨੂੰ ਦੱਸਿਆ ਵੀ 6 3 ਵੀਲਰ ਲਿਆਂਦੇ ਅਸੀਂ,
ਤੁਸੀਂ ਦੱਸਿਆ ਫਾਇਰ ਦਾ ਅਸੀਂ ਲੈ ਆਂਦੇ। ਦੇਖੋ ਇੱਕੋ ਦਮ ਤਾਂ ਸਾਰਾ ਕੰਮ ਤਾਂ ਮੋਦੀ ਸਰਕਾਰ ਵੀ ਨਹੀਂ ਕਰ ਸਕੀ, ਉਹ ਨਹੀਂ ਗੱਲ। ਇਹ ਆਦੇਸ਼ ਕਦੋਂ ਹੋਏ ਸੀਗੇ ਜਿਹੜੇ ਆਦੇਸ਼ ਇਹ ਕਦੋਂ ਇਹ ਮੈਂ ਤੁਹਾਨੂੰ ਲਿਖਿਆ 2019 ਤੋਂ ਬਾਅਦ ਸਾਡੇ ਕੋਲ ਇਹ ਕੇਸ ਪਾਇਆ ਗਿਆ ਸੀ ਕਿਸੇ ਬੰਦੇ ਹੋਰ ਬੰਦੇ ਵੱਲੋਂ। ਉਹ ਕੇਸਾਂ ਦੇ ਫੈਸਲਾ ਚੱਲਦੇ ਕੇਸ ਦੇ ਵਿੱਚ ਸਾਨੂੰ ਅਕਤੂਬਰ 2020 ਦੇ ਵਿੱਚ ਆਇਆ ਫੈਸਲਾ। ਇਸ ਕਰਕੇ ਮੇਰੇ ਭਰਾਵਾਂ ਅੱਗੇ ਬੇਨਤੀ ਹੈ, ਸਾਰੇ ਹੀ ਚੰਗੇ ਕੰਮਾਂ ਨੂੰ ਅਸੀਂ ਕਰਨਾ, ਜਿੱਥੇ ਅਸੀਂ ਗਲਤ ਹੈ ਤੁਹਾਡੀ ਡਿਊਟੀ ਬਣਦੀ ਸਾਨੂੰ ਪੁੱਛੋ, ਪਰ ਅਸੀਂ ਇਹ ਕਹਿੰਦੇ ਕਿ ਇਹ ਸਾਡੀ ਮਨਮਰਜ਼ੀ ਨਹੀਂ ਹੈ, ਇਹ ਉੱਪਰਲੀ ਕੋਰਟਾਂ ਦੀ ਮਨਮਰਜ਼ੀ ਹੈ। ਸਾਨੂੰ ਪਾਬੰਦ ਹੈ ਅਸੀਂ ਕੋਰਟਾਂ ਦੇ ਫੈਸਲਿਆਂ ਨੂੰ ਸਤਿਕਾਰਯੋਗ ਜਿਹੜੇ ਕੋਰਟਸ ਹੈ ਉਹਨਾਂ ਦੇ ਫੈਸਲਿਆਂ ਨੂੰ ਮੰਨਣ ਲਈ, ਇਸ ਕਰਕੇ ਅਸੀਂ ਇਹ ਸਾਰਾ ਕੰਮ ਕੀਤਾ ਹੈ। ਚੈਲੰਜ ਵੀ ਕਰ ਸਕਦੇ ਕਿ ਕਿਉਂਕਿ ਸਭ ਤੋਂ ਜ਼ਿਆਦਾ 35% ਆਫ ਇੰਡਸਟਰੀ ਕਰ ਰਹੀ ਹੈ ਪੋਲੂਸ਼ਨ। ਦੇਖੋ ਮੈਂ ਇੱਕ ਗੱਲ ਤੁਹਾਨੂੰ ਦੱਸਾਂ, ਜਿਹੜਾ ਇੰਡਸਟਰੀ ਦੇ ਪੋਲੂਸ਼ਨ ਦੀ ਗੱਲ ਕਰਦੀ ਉਹ ਅਲੱਗ ਪੋਲੂਸ਼ਨ ਕੰਟਰੋਲ ਬੋਰਡ ਦਾ, ਸਾਡੇ ਕੋਲ ਪਾਵਰ ਨਹੀਂ ਹੈ। ਜਦਕਿ ਇਹਦੇ ਵਿੱਚ ਮੈਂਸ਼ਨ ਕੀਤਾ ਹੋਇਆ ਸਰ 5-6 ਰੀਜ਼ਨ ਦੱਸੇ ਹੋਏ ਇੰਡਸਟਰੀ ਦਾ ਸਭ ਤੋਂ ਜ਼ਿਆਦਾ ਮੇਰੀ ਪੋਲੂਸ਼ਨ ਗੱਲ ਫੇਰ ਨਹੀਂ ਤੁਸੀਂ ਚੈਲੰਜ ਕਿਉਂ ਮੇਰੀ ਨਹੀਂ ਗੱਲ ਤੁਸੀਂ ਕਿਉਂ ਨਹੀਂ ਸਮਝਦੇ? ਅਸੀਂ ਅਥਾਰਟੀ ਨਹੀਂ ਹੈ ਪੋਲੂਸ਼ਨ ਚੈੱਕ ਕਰਨ ਦੀ, ਅਸੀਂ ਸਰਕਾਰ ਤੇ ਕੋਰਟਾਂ ਦੇ ਆਰਡਰ ਇੰਪਲੀਮੈਂਟ ਕਰਨ ਦੀ ਅਸੀਂ ਅਥਾਰਟੀ ਹੈ। ਜਦੋਂ ਸਾਨੂੰ ਇੰਪਲੀਮੈਂਟੇਸ਼ਨ ਲਈ ਆਣਾ ਅਸੀਂ ਉਹ ਆਰਡਰ ਇੰਪਲੀਮੈਂਟ ਕਰਨਾ। ਪੋਲੂਸ਼ਨ ਨੂੰ ਚੈੱਕ ਕਰਨਾ ਸਾਡੀ ਡਿਊਟੀ ਨਹੀਂ ਹੈ। ਪੋਲੂਸ਼ਨ ਨੂੰ ਚੈੱਕ ਕਰਨ ਲਈ ਬੋਰਡ ਬਣੇ ਹੋਏ, ਸਟੇਟ ਲੈਵਲ ਦੇ ਬੋਰਡ ਬਣੇ ਹੋਏ, ਡਿਸਟ੍ਰਿਕਟ ਲੈਵਲ ਤੇ ਬਣੇ ਹੋਏ, ਪੋਲੂਸ਼ਨ ਕੰਟਰੋਲ ਬੋਰਡ ਦਾ ਚੰਡੀਗੜ੍ਹ ਦਫ਼ਤਰ ਹੈ, ਮੁੱਖ ਦਫ਼ਤਰ, ਉਹਨਾਂ ਨੇ ਇੰਡਸਟਰੀ ਦਾ ਪੋਲੂਸ਼ਨ ਚੈੱਕ ਕਰਨਾ। ਜੇ ਕੋਈ ਇੰਡਸਟਰੀ ਪੋਲੂਸ਼ਨ ਹੁੰਦੀ ਉਹਨਾਂ ਨੇ ਫਾਈਨ ਕਰਨਾ। ਸਾਡੇ ਕੋਲ ਮਿਊਨਿਸਪਲ ਐਕਟ ਦੇ ਅਧੀਨ ਸਾਡੇ ਕੋਲ ਕੋਈ ਪਾਵਰ ਨਹੀਂ ਹੈ ਕਿ ਅਸੀਂ ਕਿਸੇ ਕੰਪਨੀ ਦੇ ਜਾ ਕੇ ਸੈਂਟਰਲ ਦੀ ਉਹ ਹੈ। ਅਸੀਂ ਨਹੀਂ ਕਹਿ ਰਹੇ ਤੁਹਾਨੂੰ ਕਿ ਪੋਲੂਸ਼ਨ ਤੁਸੀਂ ਚੈੱਕ ਕਰੋ, ਜਦਕਿ ਜੋ ਤੁਸੀਂ ਸਾਨੂੰ ਡਾਕੂਮੈਂਟ ਦਿੱਤਾ ਉਹ 'ਚ 35% ਸਭ ਤੋਂ ਜ਼ਿਆਦਾ ਇੰਡਸਟਰੀ ਹੈ। ਤੁਸੀਂ ਕਿਉਂ ਨਹੀਂ ਚੈਲੰਜ ਕੀਤਾ ਸਭ ਤੋਂ ਜ਼ਿਆਦਾ ਪੋਲੂਸ਼ਨ ਫਲਾਣ ਦੇ ਵਿੱਚ? ਦੋ ਫੈਕਟਰੀਆਂ ਨੰਗਲ ਦੇ ਵਿੱਚ ਐਨਐਫਐਲ ਤੇ ਪੀਐਸਸੀ ਹੈ, ਉਹਨਾਂ ਨੂੰ ਕਿਉਂ ਨਹੀਂ ਤੁਸੀਂ? ਇਹਦੇ ਵਿੱਚ ਭਾਜੀ ਇਹਦੇ ਵਿੱਚ ਐਨਜੀਟੀ ਵੱਲੋਂ ਸਪੈਸੀਫਿਕਲੀ ਕਿਹਾ ਗਿਆ ਕਿ ਤੁਸੀਂ 에ਅਰ ਪੋਲੂਸ਼ਨ ਨੂੰ ਕੰਟਰੋਲ ਕਰੋ। ਜੇ ਮੈਂ ਤੁਹਾਨੂੰ ਪਹਿਲਾ ਪੇਜ ਪੜ੍ਹ ਕੇ ਦਿਖਾਵਾਂ, ਉਹਦੇ ਵਿੱਚ ਸਾਨੂੰ ਇਹ ਕਿਹਾ ਗਿਆ ਵੀ 에ਅਰ ਪੋਲੂਸ਼ਨ ਹੈ ਜਿਹੜਾ, ਤੁਸੀਂ ਉਹ ਤੇ ਕਾਰਵਾਈ ਕਰੋ। ਹੁਣ ਜੇ ਸਾਨੂੰ ਕੱਲ ਨੂੰ ਇਹ ਆ ਦੇਖੋ ਐਕਸ਼ਨ ਪਲਾਨ ਆਫ ਕਲੀਨ 에ਅਰ, ਆ ਦੇਖੋ ਲਿਖਿਆ ਵਾ ਐਕਸ਼ਨ ਪਲਾਨ ਫॉर ਕਲੀਨ 에ਅਰ ਨੰਗਲ ਡਿਸਟ੍ਰਿਕਟ ਰੂਪਨਗਰ। ਸਾਨੂੰ ਡਿਸਟ੍ਰਿਕਟ ਉਹਨੇ ਇਹ ਦਿੱਤੀ ਡਿਸਟ੍ਰਿਕਟ ਜਿਹੜੀ এনवायरमेंट ਕਮੇਟੀ ਹੈ ਵੀ ਤੁਸੀਂ ਆਹ ਕਰੋ। ਜਿੱਦਣ ਸਾਨੂੰ ਇੰਡਸਟਰੀ ਬਾਰੇ ਆਊਗਾ ਅਸੀਂ ਉਹ ਵੀ ਕਰਾਂਗੇ। ਪਰ ਛੋਟੇ ਵੀਰ ਜਿਹੜੇ ਇੰਡਸਟਰੀਅਲ ਐਕਟ ਹੈ ਉਹਦੇ ਅਧੀਨ ਸਾਡੇ ਕੋਲ ਇਹ ਪਾਵਰ ਨਹੀਂ ਹੈ। ਆਹ ਤੁਸੀਂ ਦੇਖ ਲਓ, ਮੈਂ ਦਿਖਾਉਂਦਾ ਕਲੀਨ 에ਅਰ ਦਾ ਕੰਮ ਕਿਹਾ। ਸਰ ਤੁਸੀਂ ਚੈਲੰਜ ਕਿਉਂ ਨਹੀਂ ਕੀਤਾ? ਮੇਰਾ ਕੁਐਸਚਨ ਇਹ ਹੈ ਕਿਉਂ ਮੇਰੀ ਗੱਲ ਨਹੀਂ, ਅਸੀਂ ਚੈਲੰਜ ਤਾਂ ਕਰਦੇ ਜੇ ਅਸੀਂ ਕੋਈ ਆਦੇਸ਼ ਹੈ ਉਹਨੂੰ ਚੈਲੰਜ ਕੀਤਾ ਜਾ ਸਕਦਾ। ਐਨਜੀਟੀ ਦੇ ਵਿੱਚ ਅਸੀਂ ਪਾਰਟੀ ਨਹੀਂ ਹੈ। ਐਨਜੀਟੀ ਨੇ ਸਾਡੇ ਸ਼ਹਿਰ ਲਈ ਨਹੀਂ ਕੀਤਾ, ਕੱਲ 9 ਸ਼ਹਿਰਾਂ ਲਈ ਕੀਤਾ। ਉਹਨੇ ਸਾਰੇ ਪੰਜਾਬ ਦਾ ਸਰਵੇ ਕੀਤਾ, ਇੱਥੋਂ ਰਿਪੋਰਟਾਂ ਗਈਆਂ। ਉਹਦੇ ਵਿੱਚ ਇਹ ਆਇਆ ਵੀ ਜਿਹੜਾ ਨੰਗਲ ਸ਼ਹਿਰ ਹੈ ਪੰਜਾਬ ਦੇ ਪਹਿਲੇ 9 ਸ਼ਹਿਰਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਪੋਲੂਸ਼ਨ ਫੈਲਾਉਂਦਾ 에ਅਰ ਪੋਲੂਸ਼ਨ। ਸਾਨੂੰ ਆ ਤੁਹਾਨੂੰ ਡਾਕੂਮੈਂਟਸ ਤਾਂ ਦਿੱਤਾ ਹੈ, ਸਾਰੇ ਪ੍ਰੋਵਾਈਡ ਕੀਤਾ, ਦੇਖ ਲਓ। 에ਅਰ ਪੋਲੂਸ਼ਨ ਨੂੰ ਕਲੀਨ ਕਰਨ ਲਈ ਸਾਨੂੰ ਆਰਡਰ ਆਇਆ। ਜਿੱਦਣ ਸਾਨੂੰ ਕਲੀਨ ਕਰਨ ਲਈ ਗਾਰਬੇਜ ਦਾ ਅਸੀਂ ਕਰ ਰਹੇ, ਜਿੱਦਣ ਸਾਨੂੰ ਡਸਟ ਦਾ ਆਏਗਾ, ਜਿੱਦਣ ਸਾਨੂੰ ਕੰਸਟਰਕਸ਼ਨ ਵਰਕ ਦਾ ਆਏਗਾ, ਹੁਣ ਵੀ ਅਸੀਂ ਜਿੱਥੇ ਕੰਸਟਰਕਸ਼ਨ ਚੱਲਦੀ ਹੈ, ਜੇ ਕੋਈ ਸਾਨੂੰ ਕੰਪਲੇਂਟ ਆਉਂਦੀ ਹੈ ਅਸੀਂ ਉਹਨੂੰ ਨੋਟਿਸ ਭੇਜਦੇ। ਪੰਜਾਬ ਵਿੱਚ 9 ਸ਼ਹਿਰ ਪੋਲਿਊਟਡ ਹੈ, ਜੀ ਸਭ ਤੋਂ 에ਅਰ ਪੋਲੂਟਡ ਜ਼ਿਆਦਾ ਹੈ ਉਹਦੇ ਵਿੱਚ। 9 ਸ਼ਹਿਰ 에ਅਰ ਪੋਲਿਊਟਡ ਹੈ ਜਿਹੜੇ ਜ਼ਿਆਦਾ ਗਏ, ਠੀਕ ਹੈ ਜੀ, ਚੋਂ ਨੰਗਲ ਹੈ, ਠੀਕ ਹੈ। ਨੰਗਲ ਵਿੱਚ 에ਅਰ ਪੋਲੂਸ਼ਨ ਰੋਕਣ ਵਾਸਤੇ ਸਿਰਫ ਆਹ ਪੇਵਰ ਲਾ ਕੇ ਕਾਰਵਾਈ ਫਿਲਹਾਲ ਤੱਕ ਇਹ ਕਾਰਵਾਈ ਕੀਤੀ ਗਈ ਹੈ। ਇਹਦੇ ਚ ਭਾਜੀ ਮੈਂ ਤੁਹਾਨੂੰ ਬਾਰ-ਬਾਰ ਰਿਪੀਟ ਕਰ ਰਿਹਾ, ਤੁਸੀਂ ਸਮਝ ਨਹੀਂ ਰਹੇ। ਜੇ ਸਾਨੂੰ ਆਰਡਰ ਇਹ ਆਇਆ ਵੀ ਤੁਸੀਂ ਭਾਈ ਆਹ ਕਰੋ ਤਾਂ ਅਸੀਂ ਉਹੀ ਕਰਨਾ ਨਾ ਜੀ। ਤੁਹਾਡਾ ਜਿਹੜਾ ਸੁਜੈਸ਼ਨ ਹੈ ਤੁਸੀਂ ਚੰਗਾ ਸੁਜੈਸ਼ਨ ਦੇ ਰਹੇ, ਜਿਹੜਾ ਤੁਹਾਡਾ ਸੁਜੈਸ਼ਨ ਹੈ ਅਸੀਂ ਉਹ ਤੇ ਵੀ ਵਿਚਾਰ ਕਰਾਂਗੇ ਤੇ ਉਹਨੂੰ ਵੀ ਲਾਗੂ ਕਰਾਂਗੇ। ਇਹ ਨਹੀਂ ਕਿ ਅਸੀਂ ਉਹ ਤੋਂ ਮੁੱਕਰਦੇ ਵੀ ਨਹੀਂ ਕਰਨਾ, ਪਰ ਜਿਹੜਾ ਇਮੀਡੀਏਟ ਆਰਡਰ ਹੈ ਜਿਹਨੂੰ ਕਹਿੰਦੇ ਵੀ ਜਿਹੜੀ ਐਨਜੀਟੀ ਦਾ ਸਾਨੂੰ ਇੱਕੋ ਦਮ ਦਿੱਤਾ ਹੋਇਆ ਆਰਡਰ ਹੈ, ਸਾਨੂੰ ਪਹਿਲਾਂ ਉਹਨੂੰ ਮੰਨਣਾ ਪੈਣਾ। ਅਸੀਂ ਸਰਕਾਰ ਤੇ ਐਨਜੀ ਤੇ ਕੋਰਟਾਂ ਲਈ ਅਸੀਂ ਪਾਬੰਦ ਹੈ ਤੇ ਸਾਨੂੰ ਹੁਕਮ ਆਇਆ ਅਸੀਂ ਮੰਨ ਲਿਆ। ਕੋਈ ਗਲਤੀ ਕਰ ਲਈ ਯਾਰ, ਜਿਹੜੀ ਇਹ ਰੋਡ ਜੀ ਨੈਸ਼ਨਲ ਹਾਈਵੇ ਦਾ ਇਹ ਮੇਨਟੇਨ ਕਰਨ ਦਾ ਸਾਰਾ ਸਿਸਟਮ ਇੱਕ ਕੰਪਨੀ ਕੋਲ ਹੈ। ਹਾਂਜੀ, ਠੀਕ ਹੈ ਜੀ। ਕਿਆ ਉਸ ਕੰਪਨੀ ਨਾਲ ਕਦੀ ਤੁਸੀਂ ਕੰਟੈਕਟ ਕੀਤਾ ਕਿ ਭਾਈ ਆਹ ਆਰਡਰ ਆਏ ਆ? ਤੁਸੀਂ ਨੂੰ ਆਰਡਰ ਨਹੀਂ ਆਏ, ਸਾਨੂੰ ਤੁਹਾਨੂੰ ਆਰਡਰ ਆਏ ਹੈ, ਤੁਹਾਡੇ ਲੋਕਾਂ ਦੇ ਪੈਸੇ। ਸੁਣੋ, ਅਸੀਂ ਸੜਕ ਨਹੀਂ ਬਣਾਈ। ਜੇ ਤਾਂ ਅਸੀਂ ਬੱਸ ਸਟੈਂਡ ਦੇ ਅੱਗੇ ਕੌਂਸਲ ਪੇਵਰ ਪਾ ਦੇਵੇ ਤਾਂ ਉਹ ਜਿਹੜੇ ਕਾਂਗਰਸ ਦੇ ਵਿਰੁੱਧ ਬੋਲਣ ਵਾਲੇ ਬੀਜੇਪੀ ਵਾਲੇ ਆਮ ਆਦਮੀ ਉਹ ਕਹਿੰਦੇ ਪਾ ਕਿਉਂ ਦਿੱਤੇ ਗਏ? ਜੇ ਜਿੱਥੇ ਅਸੀਂ ਨਹੀਂ ਪਾਈਏ ਪਾਏ ਕਿਉਂ ਨਹੀਂ? ਉਹ ਤਾਂ ਜੀਣੇ ਨਹੀਂ ਦੇਣਾ। ਹੁਣ ਜੇ ਸਾਨੂੰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਜਾਂ ਡਿਸਟ੍ਰਿਕਟ এনवायरमेंट ਕਮੇਟੀ ਕਹਿੰਦੀ ਆ ਵੀ ਕਲੀਨ 에ਅਰ ਬਾਰ-ਬਾਰ ਮੈਂ ਬੋਲ ਰਿਹਾ, ਤਾਂ ਅਸੀਂ ਉਹਦੇ ਲਈ ਬਣ। ਤੁਸੀਂ ਕਲੀਨ 에ਅਰ ਦੀ ਗੱਲ ਕਰ ਰਹੇ ਹੋ, ਪਰ ਗੱਲ ਜਿਹੜੀ ਸਭ ਤੋਂ ਬੜੀ ਗੱਲ ਉੱਠ ਕੇ ਸਾਹਮਣੇ ਆ ਰਹੀ ਹੈ, ਜਿਹੜੀ ਸੜਕ ਦੀ ਬਰਮ ਹੈ ਉਹਦਾ ਵੀ ਜ਼ਿੰਮਾ ਉਸ ਕੰਪਨੀ ਦਾ ਹੀ ਹੁੰਦਾ ਹੈ। ਇੱਕ ਗੱਲ ਸੁਣੋ, ਉਹਦੇ ਬਾਰੇ ਅਸੀਂ ਤੁਹਾਨੂੰ ਕਿਹਾ ਵੀ ਅਗਲੀ ਮੀਟਿੰਗ 'ਚ ਵਿਚਾਰ ਕਰਾਂਗੇ ਕਿ ਅਸੀਂ ਇਹਨੂੰ ਰੋਹਨ ਰਾਜਦੀਪ ਨੂੰ ਕਹਿਣਾ ਕੀ ਹੈ ਜਾਂ ਅਸੀਂ ਉਹ ਤੋਂ ਰਿਕਵਰੀ ਲਈ ਕੀ ਕਰਨਾ, ਉਹ ਅਗਲੀਆਂ ਗੱਲਾਂ। ਜੇ ਇਹਦੇ ਵਿੱਚ ਇੱਕ ਕਲੌਜ਼ ਜਿਹੜੀ ਤੁਸੀਂ ਫੇਰ ਨਹੀਂ ਮੇਰੀ ਬਾਰ-ਬਾਰ ਗੱਲ ਸੁਣ ਰਹੇ, ਇਹਦੇ ਵਿੱਚ ਕਲੌਜ਼ ਹੈ ਵੀ ਜੇ ਤੁਸੀਂ ਗੱਲ ਨਾ ਮੰਨੀ ਤਾਂ ਅਸੀਂ ਤੁਹਾਨੂੰ ਪੈਨਲਟੀ ਲਾਵਾਂਗੇ। ਜਿੱਦਾਂ ਸਾਨੂੰ ਪੈਨਲਟੀ ਲੱਗ ਜਾਣੀ ਫੇਰ ਉਹਨਾਂ ਨੇ ਆ ਜਾਣਾ ਵੀ ਦੇਖੋ ਜੀ ਇਹਨਾਂ ਨੇ ਆਰਡਰ ਨਹੀਂ ਬਣਿਆ, ਹੁਣ ਪੈਨਲਟੀ ਲੱਗ ਗਈ। ਯਾਰ ਕਿਤੇ ਤਾਂ ਜੀਣ ਤੋਂ ਸਾਨੂੰ ਉਹ ਪਾਰਟੀ
ਨਹੀਂ ਫਿਰ 7 ਆਰਡਰ ਹੋਰ ਹੈ ਉਹਨਾਂ 7 ਆਰਡਰ ਨਹੀਂ ਆਏ ਨਹੀਂ ਆ 7 ਉਹ ਜਿਹੜੇ ਯਾਰ, ਸਿਸਟਮ ਗੱਲ 5 ਨਹੀਂ ਜਿਹੜੇ ਸਮਝਦੇ। ਸਾਨੂੰ ਡਿਸਟ੍ਰਿਕਟ এনवायरमेंट ਕਮੇਟੀ ਨੇ ਕਿਹਾ ਵੀ 에ਅਰ ਕਲੀਨ ਦਾ ਕਰੋ। ਆ ਤੁਹਾਨੂੰ ਮੈਂ ਪੇਪਰ ਤੇ ਦਿਖਾ ਰਿਹਾ, ਮੈਂ ਕੋਈ ਡਾਕੂਮੈਂਟ ਥੋੜੀ ਦਿਖਾ ਰਿਹਾ। ਤੁਸੀਂ ਜਿਹੜੀ ਚੀਜ਼ ਗੱਲ ਕਰ ਰਹੇ ਹੋ ਤੁਸੀਂ ਮਿਕਸ ਕਰ ਰਹੇ ਹੋ ਗੱਲ ਮਿਕਸ ਕਰ ਰਹੇ ਹੋ ਭਾਵੇਂ ਤੁਸੀਂ ਗੱਲ ਮਿਕਸ ਨਹੀਂ ਤੁਸੀਂ ਗੱਲ ਮਿਕਸ ਕਰ ਰਹੇ ਹੋ। ਸਾਨੂੰ ਆਰਡਰ ਆਣਾ ਹੈ, ਜਿਹੜਾ ਸਾਨੂੰ ਆਰਡਰ ਆਣਾ ਹੈ ਕਲੀਨ 에ਅਰ ਦਾ, ਅਸੀਂ ਉਹੀ ਕਰਨਾ ਨਾ ਜੀ। ਸਾਨੂੰ ਕਲੀਨ 에ਅਰ ਆਇਆ ਉਹ ਕਰਾਂਗੇ, ਜਿੱਦਣ ਸਾਨੂੰ ਡਸਟ ਦਾ ਆ ਜਾਊਗਾ ਉਹ ਕਰ ਦਾਂਗੇ। ਯਾਰ ਤੁਸੀਂ ਕਿਤੇ ਤਾਂ ਟਿਕਣ ਦਿਓ ਨਾ। ਕਲੀਨ 에ਅਰ ਪੇਪਰ ਨਾਲ ਕਿੱਦਾਂ ਹੋ ਜੂਗੀ ਸਾਹਿਬ? ਕਲੀਨ 에ਅਰ ਨਹੀਂ ਭਾਜੀ, ਇਹਦੇ ਵਿੱਚ ਤੁਹਾਨੂੰ ਮੈਂ ਕਾਪੀਆਂ ਪ੍ਰੋਵਾਈਡ ਕੀਤੀਆਂ, ਉਹਦੇ ਵਿੱਚ ਕਿਹਾ ਵੀ ਬਰਮ ਨੂੰ ਪੱਕੇ ਕਰੋ ਕਿ ਨੈਸ਼ਨਲ ਹਾਈਵੇ ਹੈ, ਉੱਥੋਂ ਵਹੀਕਲ ਲੰਘਦੇ, ਉੱਥੋਂ ਟਿੱਪਰ ਲੰਘਦੇ, ਉੱਥੋਂ ਟਰੱਕ ਲੰਘਦੇ, ਉੱਥੋਂ ਬੱਸਾਂ ਲੰਘਦੀਆਂ, ਇਹਨਾਂ ਦੇ ਕਾਰਨ ਉਹ ਮਿੱਟੀ ਉੱਡਦੀ, ਤੁਸੀਂ ਉਹ ਜਿਵੇਂ ਮਿੱਟੀ ਉੱਡ ਕੇ ਸ਼ਹਿਰ 'ਚ ਜਾਂਦੀ, ਇਸ ਕਰਕੇ ਤੁਸੀਂ ਇਹਨੂੰ ਲਾਗੂ ਕਰੋ। ਸਰ ਰੋਡ ਟੈਕਸ ਗਵਰਨਮੈਂਟ ਲੈ ਰਹੀ, ਰੋਡ ਟੈਕਸ ਵਹੀਕਲ ਲੰਘਦੇ ਹੈ, ਸਾਰਾ ਕੁਝ ਗਵਰਨਮੈਂਟ ਲੈ ਰਹੀ ਹੈ, ਕੌਂਸਲ ਕਿਉਂ ਕਰਾਏ ਇਹਨੂੰ ਫਿਰ? ਜੇ ਸਾਨੂੰ ਆਰਡਰ ਆਵੇ, ਹੁਣ ਕੌਂਸਲ ਦਾ ਆਰਡਰ ਮੰਨ ਕੇ ਅੰਦਰ ਹੋ ਜਾਈਏ ਸਾਰੇ ਜਣੇ। ਮੇਰੀ ਇੱਕ ਗੱਲ ਸੁਣੋ, ਫਿਰ ਮੈਂ ਤੁਹਾਡੀ ਜਵਾਬ ਦਾ ਗੱਲ ਦਿੰਦਾ। ਕੌਂਸਲ ਦਾ ਆਰਡਰ ਨਾ ਮੰਨ ਕੇ ਅਸੀਂ ਐਨਜੀਟੀ ਦਾ ਅੰਦਰ ਹੋ ਜਾਈਏ ਸਾਰੇ ਜਣੇ, ਤੁਸੀਂ ਇਹਨੂੰ ਚੈੱਕ ਕਰਾ ਕੇ ਤੁਸੀਂ ਖੁਸ਼ ਹੋ ਜਾਓਗੇ ਸਾਰੇ। ਚੈਲੰਜ ਵੀ ਕਰ ਸਕਦੇ ਹੋ ਨਾ, ਚੈਲੰਜ ਕਰਾਂਗੇ, ਪਰ ਜਿਹੜਾ ਹੁਣ ਆਰਡਰ ਆਇਆ ਇਮੀਡੀਏਟਲੀ ਪੈਨਲਟੀ ਲਵਾ ਲਈਏ ਜਾਂ ਫਿਰ ਸਾਰਿਆਂ ਨੂੰ ਅੰਦਰ ਕਰਾ ਦਿਓ। ਸਾਨੂੰ ਤੁਸੀਂ ਲਾਗੂ ਕਿਉਂ ਕੀਤਾ? ਤੁਸੀਂ ਖੁਦ ਵਕੀਲ ਹੋ, ਤੁਸੀਂ ਕਹਿ ਰਹੇ ਹੋ ਮੈਂ ਵਕੀਲ ਹਾਂ, ਮੈਂ ਤੁਹਾਨੂੰ ਤਾਂ ਹੀ ਕਹਿਣਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਸੁਪਰੀਮ ਕੋਰਟ ਦੇ ਵਿੱਚ ਆਰਡਰ ਚੈਨਲ ਹੁੰਦਾ ਇਹਦਾ, ਕਿਸੇ ਹਾਈ ਕੋਰਟ ਦੇ ਵਿੱਚ ਕਿਸੇ ਤੇ ਨਹੀਂ ਹੁੰਦਾ ਇਹ ਚੈਲੰਜ। ਇਸ ਕਰਕੇ ਜਿਹੜਾ ਸਾਨੂੰ ਇਮੀਡੀਏਟ ਆਰਡਰ ਆਇਆ ਸਾਨੂੰ ਲਾਗੂ ਕਰਨਾ ਸਾਡੀ ਡਿਊਟੀ ਹੈ। ਜੇ ਅਸੀਂ ਨਹੀਂ ਲਾਗੂ ਕਰਦੇ ਤਾਂ ਨੰਗਲ ਦੇ ਲੋਕਾਂ ਦਾ ਪੈਸਾ ਫੇਰ ਸਾਨੂੰ ਪੈਨਲਟੀ ਭਰਨਾ ਪੈਣਾ ਸੀ। ਇਸ ਕਰਕੇ ਸਾਨੂੰ ਲਾਗੂ ਕਰਨਾ ਪਿਆ। ਜਿਹੜੀ ਤੁਹਾਡਾ ਵਿਚਾਰ ਹੈ ਬਹੁਤ ਚੰਗਾ ਵਿਚਾਰ ਹੈ, ਇਹਦੇ ਲਈ ਅਸੀਂ ਆਪਣੇ ਲੀਗਲ ਰਾਏ ਲਵਾਂਗੇ। ਇਹਦੇ ਸਾਡੇ ਕਾਨੂੰਨੀ ਹੈ, ਸਾਡਾ ਲੀਗਲ ਰਾਏ ਲੋਕਲ ਬਾਡੀ ਡਿਪਾਰਟਮੈਂਟ ਦੇ ਜਿਹੜੇ ਲੀਗਲ ਐਡਵਾਈਜ਼ਰ ਹੈ ਉੱਪਰ ਆਪਣੇ ਚੰਡੀਗੜ੍ਹ ਲੈਵਲ ਦੇ ਜਾਂ ਰਾਜ ਪੱਧਰੀ, ਉਹਨਾਂ ਤੋਂ ਅਸੀਂ ਲੈ ਕੇ ਅਸੀਂ ਤੁਹਾਡੇ ਵਿਚਾਰ ਤੇ ਜ਼ਰੂਰ ਆਪਾਂ ਉੱਤੇ ਵਿਚਾਰ ਕਰਾਂਗੇ, ਜਿਹੜਾ ਚੰਗਾ ਵਿਚਾਰ ਹੈ। ਠੀਕ ਹੈ।